ਮੈਂ ਇੱਕ ਅਨਾਥ ਆਸ਼ਰਮ ਵਿੱਚ ਕੰਮ ਕਰਦੀ ਸੀ। ਉੱਥੇ ਮੇਰੀ ਇੱਕ ਕੁੜੀ ਨਾਲ ਦੋਸਤੀ ਹੋ ਗਈ। ਉਹ ਮੈਨੂੰ ਰੋਜ਼ ਕਹਿੰਦੀ ਕਿ ਦੀਦੀ ਤੁਸੀਂ ਅੱਜ ਮੇਰੀ ਜਗ੍ਹਾ ਸੌ ਜਾਓ। ਮੈਨੂੰ ਬਹੁਤ ਦਰਦ ਹੁੰਦਾ ਹੈ। ਮੈਨੂੰ ਲੱਗਿਆ ਸ਼ਾਇਦ ਉਸ ਨੂੰ ਉਸਦਾ ਬਿਸਤਰਾ ਪਸੰਦ ਨਹੀਂ। ਮੈਂ ਉਸਦਾ ਬਿਸਤਰਾ ਬਦਲਵਾ ਦਿੱਤਾ, ਪਰ ਉਸਨੇ ਮੈਨੂੰ ਦੂਜੇ ਦਿਨ ਫਿਰ ਤੋਂ ਉਹੀ ਗੱਲ ਕਹੀ। ਇਸ ਵਾਰ ਮੈਂ ਉਸਦੀ ਗੱਲ ਮੰਨ ਲਈ ਤੇ ਉਸਦੀ ਜਗ੍ਹਾ 'ਤੇ ਸੌਂ ਗਈ। ਮੈਨੂੰ ਸੁੱਤੇ ਹੋਏ ਅਜੇ ਕੁਝ ਟਾਈਮ ਹੀ ਹੋਇਆ ਸੀ ਕਿ ਕਦੇ-ਕਦੇ ਆਪਾਂ ਨੂੰ ਆਪਣੀ ਅੱਖਾਂ ਦੇਖੀ ਗੱਲ 'ਤੇ ਵੀ ਯਕੀਨ ਨਹੀਂ ਹੁੰਦਾ, ਕਿਉਂਕਿ ਅੱਜ ਦੇ ਸਮੇਂ ਵਿੱਚ ਇਨਸਾਨ ਸਿਰਫ ਉਹੀ ਕਰਦਾ ਹੈ ਜੋ ਉਸ ਦੇ ਫਾਇਦੇ ਲਈ ਹੁੰਦਾ ਹੈ। ਬਿਨਾਂ ਆਪਣੇ ਫਾਇਦੇ ਦੇ ਕੋਈ ਕਿਸੇ ਦੀ ਮਦਦ ਵੀ ਨਹੀਂ ਕਰਨਾ ਚਾਹੁੰਦਾ। ਮੇਰਾ ਨਾਮ ਰੀਆ ਹੈ। ਮੇਰੀ ਉਮਰ ਇਸ ਸਮੇਂ 38 ਸਾਲ ਹੈ। ਮੈਂ ਆਪਣੇ ਘਰ ਵਿੱਚ ਆਪਣੇ ਪਾਪਾ ਦੇ ਨਾਲ ਰਹਿੰਦੀ ਹਾਂ। ਸਾਡਾ ਦੋਨਾਂ ਦਾ ਇੱਕ ਦੂਜੇ ਤੋਂ ਇਲਾਵਾ ਇਸ ਦੁਨੀਆ ਵਿੱਚ ਹੋਰ ਕੋਈ ਵੀ ਸਹਾਰਾ ਨਹੀਂ ਸੀ। ਮੇਰੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਂ ਆਪਣੇ ਪਿਤਾ ਜੀ ਦੇ ਘਰ ਵਾਪਸ ਆ ਗਈ ਸੀ। ਬਚਪਨ ਵਿੱਚ ਹੀ ਮੇਰੀ ਮਾਂ ਦੀ ਮੌਤ ਹੋ ਗਈ ਸੀ। ਤਦ ਤੋਂ ਮੇਰੇ ਪਿਤਾ ਜੀ ਨੇ ਮੈਨੂੰ ਇਕੱਲੇ ਹੀ ਪਾਲਿਆ। ਮੇਰੇ ਵਿਆਹ ਤੋਂ ਬਾਅਦ ਮੇਰੇ ਪਿਤਾ ਜੀ ਵੀ ਇਕੱਲੇ ਹੀ ਰਹਿੰਦੇ ਸੀ, ਕਿਉਂਕਿ ਮੈਂ ਉਹਨਾਂ ਦੀ ਇਕੱਲੀ ਔਲਾਦ ਸੀ। ਮੇਰੇ ਸਸੁਰਾਲ ਵਿੱਚ ਮੇਰੀ ਸੱਸ, ਸਹੁਰਾ ਅਤੇ ਇੱਕ ਦਿਓਰ ਹੀ ਸੀ। ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੇ ਦਿਓਰ ਨੇ ਮੈਨੂੰ ਵਿਆਹ ਲਈ ਕਿਹਾ ਸੀ, ਪਰ ਮੈਂ ਮਨਾ ਕਰ ਦਿੱਤਾ, ਕਿਉਂਕਿ ਮੈਂ ਹੁਣ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਮੈਂ ਹੁਣ ਆਪਣੇ ਪਿਤਾ ਜੀ ਕੋਲ ਰਹਿ ਕੇ ਉਹਨਾਂ ਦੀ ਸੇਵਾ ਕਰਨਾ ਚਾਹੁੰਦੀ ਸੀ। ਉਹਨਾਂ ਨੇ ਸਾਰੀ ਜ਼ਿੰਦਗੀ ਮੇਰੇ ਲਈ ਹੀ ਜੀ ਸੀ। ਹੁਣ ਮੇਰਾ ਫਰਜ਼ ਬਣਦਾ ਸੀ ਕਿ ਬੁਢਾਪੇ ਵਿੱਚ ਮੈਂ ਉਹਨਾਂ ਦਾ ਸਹਾਰਾ ਬਣਾ। ਮੇਰੇ ਪਿਤਾ ਜੀ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ, ਪਰ ਉਹਨਾਂ ਦੀ ਤਬੀਅਤ ਖਰਾਬ ਰਹਿਣ ਲੱਗੀ ਸੀ। ਮੈਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਤੁਸੀਂ ਹੁਣ ਦਿਹਾੜੀ ਮਜ਼ਦੂਰੀ ਨਾ ਕਰਿਆ ਕਰੋ, ਤੁਸੀਂ ਹੁਣ ਆਰਾਮ ਕਰੋ, ਮੈਂ ਕੋਈ ਨਾ ਕੋਈ ਕੰਮ ਲੱਭ ਲਵਾਂਗੀ। ਮੈਂ ਜ਼ਿਆਦਾ ਪੜ੍ਹੀ ਲਿਖੀ ਤਾਂ ਨਹੀਂ ਸੀ। 12ਵੀਂ ਤੋਂ ਬਾਅਦ ਮੇਰੇ ਪਿਤਾ ਜੀ ਨੇ ਮੇਰਾ ਵਿਆਹ ਕਰ ਦਿੱਤਾ ਸੀ। ਮੇਰੇ ਪਿਤਾ ਜੀ ਨੂੰ ਮੇਰੇ ਵਿਆਹ ਦੀ ਬਹੁਤ ਚਿੰਤਾ ਰਹਿੰਦੀ ਸੀ। ਉਹਨਾਂ ਨੂੰ ਇਸ ਤਰ੍ਹਾਂ ਸੀ ਕਿ ਉਹ ਜਿਉਂਦੇ ਜੀ ਮੇਰਾ ਵਿਆਹ ਕਰ ਦੇਣ। ਇਸ ਲਈ 12ਵੀਂ ਤੋਂ ਬਾਅਦ ਹੀ ਮੇਰੇ ਪਿਤਾ ਜੀ ਨੇ ਮੇਰੇ ਲਈ ਚੰਗਾ ਜਿਹਾ ਰਿਸ਼ਤਾ ਦੇਖ ਕੇ ਮੇਰਾ ਵਿਆਹ ਕਰ ਦਿੱਤਾ। ਇਸ ਲਈ ਮੈਨੂੰ ਕੋਈ ਵਧੀਆ ਕੰਪਨੀ ਵਿੱਚ ਨੌਕਰੀ ਤਾਂ ਨਹੀਂ ਮਿਲ ਸਕਦੀ ਸੀ। ਮੈਂ ਆਪਣੇ ਪੜੋਸੀਆਂ ਨੂੰ ਤੇ ਆਪਣੇ ਦੋਸਤਾਂ ਨੂੰ ਕਿਹਾ ਸੀ ਕਿ ਜੇਕਰ ਮੇਰੇ ਲਈ ਕੋਈ ਜੌਬ ਹੋਵੇ ਤਾਂ ਮੈਨੂੰ ਜ਼ਰੂਰ ਦੱਸਣਾ। ਤਾਂ ਮੇਰੀ ਇੱਕ ਦੋਸਤ ਨੇ ਮੈਨੂੰ ਦੱਸਿਆ ਕਿ ਇੱਕ ਅਨਾਥ ਆਸ਼ਰਮ ਵਿੱਚ ਇੱਕ ਔਰਤ ਦੀ ਜ਼ਰੂਰਤ ਹੈ। ਮੈਂ ਉਸ ਨੂੰ ਪੁੱਛਿਆ ਕਿ ਮੈਨੂੰ ਉੱਥੇ ਕੀ ਕੰਮ ਮਿਲੇਗਾ, ਤਾਂ ਉਸਨੇ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ। ਉਸ ਨੂੰ ਵੀ ਕਿਸੇ ਨੇ ਇਸ ਨੌਕਰੀ ਦੇ ਬਾਰੇ ਦੱਸਿਆ ਸੀ, ਤਾਂ ਉਸਨੇ ਸੋਚਿਆ ਕਿ ਉਹ ਮੈਨੂੰ ਦੱਸ ਦੇਵੇ ਕਿ ਸ਼ਾਇਦ ਮੇਰਾ ਕੰਮ ਬਣ ਜਾਵੇ। ਫਿਰ ਉਸਨੇ ਮੈਨੂੰ ਦੱਸਿਆ ਕਿ ਮੈਂ ਖੁਦ ਉੱਥੇ ਚਲੀ ਜਾਵਾਂ ਤੇ ਗੱਲ ਕਰ ਲਵਾਂ। ਮੈਂ ਉਸ ਤੋਂ ਉੱਥੇ ਦਾ ਐਡਰੈਸ ਲਿਆ ਤੇ ਅਗਲੇ ਹੀ ਦਿਨ ਮੈਂ ਪਿਤਾ ਜੀ ਨੂੰ ਦੱਸ ਕੇ ਉਸ ਅਨਾਥ ਆਸ਼ਰਮ ਵਿੱਚ ਚਲੇ ਗਈ। ਮੈਂ ਜਦ ਉੱਥੇ ਗਈ ਤਾਂ ਉਹ ਇੱਕ ਘਰ ਦੀ ਤਰ੍ਹਾਂ ਬਣਿਆ ਹੋਇਆ ਸੀ। ਮੈਂ ਗੇਟ ਦੇ ਅੰਦਰ ਗਈ। ਉੱਥੇ ਗਰਾਊਂਡ ਵਿੱਚ ਬੱਚੇ ਖੇਡ ਰਹੇ ਸਨ। ਉੱਥੇ ਕੁਝ ਬੱਚੇ ਅਪਾਹਜ ਵੀ ਸਨ। ਉਹ ਘਰ ਅੰਦਰ ਤੋਂ ਕਾਫੀ ਵੱਡਾ ਬਣਿਆ ਹੋਇਆ ਸੀ। ਉਸ ਵਿੱਚ ਬਹੁਤ ਸਾਰੇ ਕਮਰੇ ਸਨ। ਮੈਂ ਇੱਕ ਬੱਚੇ ਤੋਂ ਆਫਿਸ ਬਾਰੇ ਪਤਾ ਕੀਤਾ ਤਾਂ ਉਸ ਨੇ ਸਾਹਮਣੇ ਵਾਲੇ ਕਮਰੇ ਵੱਲ ਇਸ਼ਾਰਾ ਕੀਤਾ। ਮੈਂ ਉਸ ਕਮਰੇ ਵੱਲ ਚਲੇ ਗਈ। ਅੰਦਰ ਦੇਖਿਆ ਤਾਂ ਉੱਥੇ ਇੱਕ ਮੈਡਮ ਬੈਠੀ ਸੀ। ਮੈਂ ਉਹਨਾਂ ਨੂੰ ਅੰਦਰ ਆਉਣ ਲਈ ਪੁੱਛਿਆ ਤਾਂ ਉਹਨਾਂ ਨੇ ਮੁਸਕਰਾ ਕੇ ਕਿਹਾ, ਆ ਜਾਓ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਨੌਕਰੀ ਲਈ ਆਈ ਹਾਂ। ਤਾਂ ਉਹਨਾਂ ਨੇ ਮੇਰਾ ਨਾਮ ਤੇ ਮੇਰੀ ਪੜ੍ਹਾਈ ਬਾਰੇ ਪੁੱਛਿਆ ਤਾਂ ਮੈਂ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ। ਉਹਨਾਂ ਨੇ ਕਿਹਾ, ਠੀਕ ਹੈ, ਤੂੰ ਕੱਲ੍ਹ ਤੋਂ ਕੰਮ 'ਤੇ ਆ ਜਾਵੀਂ, ਪਰ ਸਾਡੇ ਇੱਥੇ ਜਿਹੜੀ ਔਰਤ ਕੰਮ 'ਤੇ ਆਉਂਦੀ ਹੈ ਉਸ ਨੂੰ ਇੱਥੇ ਹੀ ਰਹਿਣਾ ਪੈਂਦਾ ਹੈ। ਸਿਰਫ ਐਤਵਾਰ ਨੂੰ ਹੀ ਆਪਣੇ ਘਰ ਜਾ ਸਕਦੀ ਹੋ। ਮੈਨੂੰ ਉਹਨਾਂ ਦੀ ਇਹ ਗੱਲ ਸੁਣ ਕੇ ਆਪਣੇ ਪਿਤਾ ਜੀ ਦਾ ਖਿਆਲ ਆਇਆ। ਮੈਂ ਆਪਣੇ ਪਿਤਾ ਜੀ ਨੂੰ ਘਰ 'ਤੇ ਕਿਵੇਂ ਇਕੱਲਾ ਛੱਡ ਸਕਦੀ ਸੀ। ਉਹਨਾਂ ਦੀ ਤਾਂ ਤਬੀਅਤ ਵੀ ਠੀਕ ਨਹੀਂ ਰਹਿੰਦੀ। ਮੈਂ ਮੈਡਮ ਨੂੰ ਕਿਹਾ ਕਿ ਰੁਕਣਾ ਜ਼ਰੂਰੀ ਹੈ, ਮੈਂ ਰੋਜ਼ ਨਹੀਂ ਆ ਸਕਦੀ। ਤਾਂ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ। ਉਸ ਨੇ ਕਿਹਾ ਕਿ ਇੱਥੇ ਹਰ ਸਮੇਂ ਬੱਚਿਆਂ ਦੀ ਦੇਖਭਾਲ ਕਰਨੀ ਪੈਂਦੀ ਹੈ। ਉਹਨਾਂ ਕੋਲ ਹਰ ਸਮੇਂ ਕਿਸੇ ਨਾ ਕਿਸੇ ਦਾ ਰਹਿਣਾ ਜ਼ਰੂਰੀ ਹੁੰਦਾ ਹੈ। ਵੈਸੇ ਇੱਥੇ ਤੇਰੇ ਇਲਾਵਾ 2 ਕੁੜੀਆਂ ਹੋਰ ਹਨ, ਪਰ ਉਹਨਾਂ ਨੂੰ ਹੋਰ ਵੀ ਕੰਮ ਹੁੰਦੇ ਹਨ। ਮੈਂ ਮੈਡਮ ਨੂੰ ਪੁੱਛਿਆ ਕਿ ਇੱਥੇ ਮੈਨੂੰ ਕੀ ਕੰਮ ਕਰਨਾ ਹੋਵੇਗਾ। ਮੈਡਮ ਨੇ ਮੈਨੂੰ ਕਿਹਾ ਕਿ ਇੱਥੇ ਬੱਚਿਆਂ ਨੂੰ ਖਾਣਾ ਖਿਲਾਉਣਾ ਤੇ ਪਿਲਾਉਣ ਦੀ ਜ਼ਿੰਮੇਵਾਰੀ ਤੇਰੀ ਹੀ ਹੋਵੇਗੀ ਤੇ ਤੈਨੂੰ ਬੱਚਿਆਂ ਦਾ ਖਿਆਲ ਰੱਖਣਾ ਪਵੇਗਾ। ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ। ਮੈਂ ਕੁਝ ਦੇਰ ਉਹਨਾਂ ਨਾਲ ਹੋਰ ਗੱਲਾਂ ਕੀਤੀਆਂ ਤੇ ਫਿਰ ਉੱਠ ਕੇ ਘਰ ਵਾਪਸ ਆ ਗਈ। ਮੈਨੂੰ ਉੱਥੇ ਰੁਕਣ 'ਤੇ ਕੋਈ ਇਤਰਾਜ਼ ਨਹੀਂ ਸੀ, ਪਰ ਮੈਨੂੰ ਆਪਣੇ ਪਿਤਾ ਜੀ ਦੀ ਫਿਕਰ ਸੀ। ਮੈਂ ਉਹਨਾਂ ਨੂੰ ਇਕੱਲਾ ਨਹੀਂ ਛੱਡਣਾ ਚਾਹੁੰਦੀ ਸੀ। ਜਦ ਮੈਂ ਘਰ ਆਈ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਪੁੱਛਿਆ ਕਿ ਕੀ ਹੋਇਆ, ਤੂੰ ਨੌਕਰੀ ਦੇ ਲਈ ਗਈ ਸੀ ਨਾ,
ਨੌਕਰੀ ਮਿਲੀ ਜਾਂ ਨਹੀਂ। ਮੈਂ ਆਪਣੇ ਪਿਤਾ ਜੀ ਨੂੰ ਸਾਰੀ ਗੱਲ ਦੱਸੀ। ਮੇਰੇ ਪਿਤਾ ਜੀ ਨੇ ਕਿਹਾ ਕਿ ਜੇ ਤੈਨੂੰ ਨੌਕਰੀ ਪਸੰਦ ਆਈ ਹੈ ਤੇ ਪੈਸੇ ਵੀ ਚੰਗੇ ਮਿਲ ਰਹੇ ਹਨ ਤਾਂ ਤੂੰ ਨੌਕਰੀ ਕਰ ਲਾ। ਮੇਰੀ ਫਿਕਰ ਨਾ ਕਰ, ਮੈਂ ਇਕੱਲੇ ਰਹਿ ਲਵਾਂਗਾ। ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਲਈ ਖਾਣਾ ਕੌਣ ਬਣਾਵੇਗਾ? ਮੈਨੂੰ ਉੱਥੇ 24 ਘੰਟੇ ਰਹਿਣਾ ਪਵੇਗਾ। ਪਿਤਾ ਜੀ ਨੇ ਕਿਹਾ ਕਿ ਤੂੰ ਫਿਕਰ ਨਾ ਕਰ, ਮੈਂ ਆਪਣੇ ਲਈ ਖਾਣਾ ਖੁਦ ਬਣਾ ਲਵਾਂਗਾ। ਮੈਂ ਸਾਰਾ ਦਿਨ ਵਿਹਲਾ ਹੀ ਤਾਂ ਰਹਿੰਦਾ ਹਾਂ। ਤੂੰ ਮੇਰਾ ਕੰਮ ਵੀ ਤਾਂ ਛੁਡਵਾ ਦਿੱਤਾ ਹੈ, ਕੀ ਮੈਂ ਆਪਣੇ ਲਈ ਖਾਣਾ ਵੀ ਨਹੀਂ ਬਣਾ ਸਕਦਾ? ਮੈਂ ਕਿਹਾ ਠੀਕ ਹੈ, ਪਰ ਤੁਸੀਂ ਆਪਣਾ ਖਿਆਲ ਰੱਖਿਓ ਤੇ ਦਵਾਈ ਵੀ ਸਮੇਂ 'ਤੇ ਲੈਂਦੇ ਰਹੋ। ਮੈਂ ਆਪਣੇ ਕਮਰੇ ਵਿੱਚ ਆਈ। ਮੈਂ ਆਪਣੀ ਅਲਮਾਰੀ ਵਿੱਚੋਂ ਆਪਣੇ ਕੁਝ ਕੱਪੜੇ ਕੱਢ ਕੇ ਬੈਗ ਵਿੱਚ ਰੱਖ ਲਏ ਤੇ ਆਪਣਾ ਕੁਝ ਜ਼ਰੂਰੀ ਸਮਾਨ ਵੀ ਰੱਖ ਲਿਆ। ਅਗਲੇ ਦਿਨ ਮੈਂ ਆਪਣੇ ਪਿਤਾ ਜੀ ਨੂੰ ਮਿਲ ਕੇ ਅਨਾਥ ਆਸ਼ਰਮ ਦੇ ਲਈ ਨਿਕਲ ਗਈ। ਮੈਂ ਉੱਥੇ ਜਾ ਕੇ ਮੈਡਮ ਨੂੰ ਮਿਲੀ। ਮੈਡਮ ਨੇ ਮੈਨੂੰ ਮੇਰਾ ਕੰਮ ਸਮਝਾ ਦਿੱਤਾ, ਮੈਨੂੰ ਮੇਰਾ ਕਮਰਾ ਵੀ ਦਿਖਾ ਦਿੱਤਾ। ਮੈਂ ਆਪਣੇ ਕਮਰੇ ਵਿੱਚ ਜਾ ਕੇ ਆਪਣਾ ਸਮਾਨ ਰੱਖਿਆ। ਉਸ ਕਮਰੇ ਵਿੱਚ ਮੇਰੇ ਨਾਲ 2 ਕੁੜੀਆਂ ਹੋਰ ਵੀ ਰਹਿੰਦੀਆਂ ਸਨ, ਪਰ ਉਸ ਸਮੇਂ ਕਮਰੇ ਵਿੱਚ ਕੋਈ ਨਹੀਂ ਸੀ। ਮੈਂ ਥੋੜ੍ਹਾ ਜਿਹਾ ਆਰਾਮ ਕੀਤਾ ਤੇ ਫਿਰ ਬਾਹਰ ਆ ਗਈ। ਮੈਨੂੰ ਬਾਹਰ ਉਹ ਕੁੜੀਆਂ ਮਿਲੀਆਂ ਜਿਹੜੀਆਂ ਇੱਥੇ ਕੰਮ ਕਰਦੀਆਂ ਸੀ। ਇੱਕ ਦਾ ਨਾਮ ਪ੍ਰਾਚੀ ਸੀ ਤੇ ਦੂਜੀ ਦਾ ਨਾਂ ਅਨੁਪਮਾ ਸੀ। ਮੈਂ ਉਹਨਾਂ ਨੂੰ ਮਿਲੀ। ਮੈਂ ਉਹਨਾਂ ਨੂੰ ਆਪਣੇ ਬਾਰੇ ਦੱਸਿਆ ਤੇ ਫਿਰ ਉਹਨਾਂ ਨੇ ਵੀ ਮੈਨੂੰ ਆਪਣੇ ਬਾਰੇ ਦੱਸਿਆ। ਫਿਰ ਅਸੀਂ ਬੱਚਿਆਂ ਦੇ ਨਾਲ ਖੇਡਣ ਲੱਗੀਆਂ। ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ। ਇੱਕ ਕਮਰਾ ਸੀ ਜਿੱਥੇ ਬੱਚੇ ਖਾਣਾ ਖਾਂਦੇ ਸਨ। ਅਸੀਂ ਉਸ ਕਮਰੇ ਵਿੱਚ ਬੱਚਿਆਂ ਨੂੰ ਲੈ ਕੇ ਗਈਆਂ ਤੇ ਬੱਚਿਆਂ ਨੂੰ ਖਾਣਾ ਖਿਲਾਇਆ। ਉੱਥੇ ਇੱਕ ਆਂਟੀ ਖਾਣਾ ਬਣਾਉਣ ਲਈ ਆਉਂਦੀ ਸੀ ਤੇ ਖਾਣਾ ਬਣਾ ਕੇ ਚਲੀ ਜਾਂਦੀ ਸੀ। ਸਵੇਰ ਦਾ ਨਾਸ਼ਤਾ ਤੇ ਦੋਨੋਂ ਟਾਈਮ ਦਾ ਖਾਣਾ ਬਣਾਉਣ ਦੀ ਜ਼ਿੰਮੇਵਾਰੀ ਉਸ ਦੀ ਹੀ ਸੀ। ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਪ੍ਰਾਚੀ ਤੇ ਅਨੁਪਮਾ ਦੀ ਸੀ ਤੇ ਮੈਂ ਬੱਚਿਆਂ ਦੇ ਖਾਣ ਪੀਣ ਦਾ ਧਿਆਨ ਰੱਖਦੀ ਸੀ। ਮੇਰਾ ਇੱਥੇ ਸਾਰਾ ਦਿਨ ਵਧੀਆ ਲੰਘਦਾ ਸੀ। ਬੱਚੇ ਖੇਲਣ ਵਿੱਚ ਮਸਤ ਰਹਿੰਦੇ ਤੇ ਨਾਲ ਹੀ ਪੜ੍ਹਾਈ ਵੀ ਕਰਦੇ ਸਨ, ਪਰ ਉਹਨਾਂ ਨੂੰ ਪੜ੍ਹਾਉਣ ਲਈ ਥੋੜ੍ਹੀ ਜਿਹੀ ਡਾਂਟ ਲਗਾਉਣੀ ਪੈਂਦੀ ਸੀ। ਇੱਥੇ ਰਹਿ ਕੇ ਮੈਂ ਇੱਕ ਗੱਲ ਨੋਟਿਸ ਕੀਤੀ ਸੀ, ਇੱਥੇ ਰੋਜ਼ ਕੋਈ ਨਾ ਕੋਈ ਬੱਚਾ ਅਡਾਪਟ ਹੁੰਦਾ ਸੀ। ਰੋਜ਼ ਕੋਈ ਨਾ ਕੋਈ ਫੈਮਿਲੀ ਕਿਸੇ ਬੱਚੇ ਨੂੰ ਲੈਣ ਆਉਂਦੀ ਸੀ ਤੇ ਮੈਡਮ ਉਹਨਾਂ ਨੂੰ ਬੱਚਾ ਦੇ ਵੀ ਦਿੰਦੀ ਸੀ। ਸਿਰਫ ਬੱਚੇ ਅਡਾਪਟ ਹੀ ਨਹੀਂ ਹੁੰਦੇ ਸੀ, ਸਗੋਂ ਇੱਥੇ ਬੱਚੇ ਆਉਂਦੇ ਵੀ ਬਹੁਤ ਜ਼ਿਆਦਾ ਸੀ। ਕੁਝ ਲੋਕ ਸੀ ਜਿਹੜੇ ਅਨਾਥ ਬੱਚਿਆਂ ਨੂੰ ਇੱਥੇ ਲੈ ਕੇ ਆਉਂਦੇ ਸੀ ਤਾਂ ਕਿ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਹੋ ਸਕੇ। ਮੈਡਮ ਬੱਚਿਆਂ ਦਾ ਚੰਗੀ ਤਰ੍ਹਾਂ ਖਿਆਲ ਰੱਖਦੀ ਸੀ ਤੇ ਉਹਨਾਂ ਦੀ ਵਜ੍ਹਾ ਨਾਲ ਹੀ ਬੱਚਿਆਂ ਨੂੰ ਰਹਿਣ ਲਈ ਛੱਤ ਮਿਲ ਗਈ ਸੀ। ਮੈਡਮ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੰਦੀ ਸੀ। ਮੈਡਮ ਬਹੁਤ ਚੰਗੀ ਸੀ। ਉਹਨਾਂ ਦਿਨਾਂ ਵਿੱਚ ਹੀ ਇੱਕ ਛੋਟੀ ਜਿਹੀ ਬੱਚੀ ਜਿਹੜੀ ਕਿ 15 ਸਾਲ ਦੀ ਹੋਵੇਗੀ, ਉਸ ਦਾ ਇੱਕ ਪੈਰ ਖਰਾਬ ਸੀ। ਉਹ ਜਿਸ ਦਿਨ ਤੋਂ ਇੱਥੇ ਆਈ ਸੀ ਬਹੁਤ ਹੀ ਡਰੀ ਸਹਿਮੀ ਰਹਿੰਦੀ ਸੀ। ਕਿਸੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰਦੀ ਸੀ ਤੇ ਨਾ ਹੀ ਖਾਣਾ ਚੰਗੀ ਤਰ੍ਹਾਂ ਖਾਂਦੀ ਸੀ। ਇੱਕ ਦਿਨ ਮੈਂ ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਖਿਲਾਇਆ ਤੇ ਉਸ ਨੂੰ ਪੁੱਛਿਆ ਕਿ ਉਹ ਕਿਸੇ ਨਾਲ ਗੱਲ ਕਿਉਂ ਨਹੀਂ ਕਰਦੀ। ਉਹ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੰਦੀ ਸੀ। ਹੁਣ ਮੈਂ ਉਸ ਨਾਲ ਰੋਜ਼ ਗੱਲ ਕਰਨ ਦੀ ਕੋਸ਼ਿਸ਼ ਕਰਦੀ। ਹੁਣ ਉਹ ਮੇਰੇ ਨਾਲ ਥੋੜ੍ਹੀ ਥੋੜ੍ਹੀ ਗੱਲ ਕਰਨ ਲੱਗੀ ਸੀ। ਹੁਣ ਉਹ ਜ਼ਿਆਦਾ ਮੇਰੇ ਨਾਲ ਹੀ ਰਹਿੰਦੀ ਸੀ। ਵੈਸੇ ਤਾਂ ਮੈਂ ਸਾਰੇ ਬੱਚਿਆਂ ਨਾਲ ਪਿਆਰ ਨਾਲ ਹੀ ਰਹਿੰਦੀ ਸੀ। ਮੈਂ ਜਾਣਦੀ ਸੀ ਕਿ ਬੱਚਿਆਂ ਦੇ ਦਿਲ ਬਹੁਤ ਹੀ ਕਮਜ਼ੋਰ ਹੁੰਦੇ ਹਨ ਤੇ ਛੋਟੀ ਛੋਟੀ ਗੱਲ ਨੂੰ ਦਿਲ 'ਤੇ ਲਗਾ ਲੈਂਦੇ ਹਨ। ਉਸ ਲੜਕੀ ਦੇ ਨਾਲ ਮੇਰੀ ਚੰਗੀ ਦੋਸਤੀ ਹੋ ਗਈ ਸੀ। ਇੱਕ ਦਿਨ ਉਹ ਲੜਕੀ ਬਹੁਤ ਹੀ ਘਬਰਾਈ ਹੋਈ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਦੀਦੀ ਤੁਸੀਂ ਮੇਰੀ ਜਗ੍ਹਾ ਸੌਂ ਜਾਓ, ਮੈਨੂੰ ਸੌਣ ਤੋਂ ਬਾਅਦ ਬਹੁਤ ਦਰਦ ਹੁੰਦਾ ਹੈ। ਮੈਂ ਉਸ ਨੂੰ ਪੁੱਛਿਆ ਕਿ ਤੈਨੂੰ ਆਪਣੀ ਜਗ੍ਹਾ 'ਤੇ ਕੀ ਪਰੇਸ਼ਾਨੀ ਹੈ। ਉਸ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਇਹੀ ਕਹਿੰਦੀ ਰਹੀ ਕਿ ਦੀਦੀ ਤੁਸੀਂ ਮੇਰੀ ਜਗ੍ਹਾ 'ਤੇ ਸੌਂ ਜਾਇਆ ਕਰੋ, ਮੈਨੂੰ ਬਹੁਤ ਦਰਦ ਹੁੰਦਾ ਹੈ। ਮੈਂ ਕਿਹਾ ਠੀਕ ਹੈ, ਤੂੰ ਫਿਕਰ ਨਾ ਕਰ, ਮੈਂ ਕੁਝ ਕਰਦੀ ਹਾਂ। ਮੈਂ ਸੋਚਿਆ ਕਿ ਕੋਈ ਬੱਚਾ ਹੋਵੇਗਾ ਜਿਹੜਾ ਉਸ ਨੂੰ ਰੋਜ਼ ਪਰੇਸ਼ਾਨ ਕਰਦਾ ਹੋਵੇਗਾ, ਇਸ ਲਈ ਉਹ ਮੈਨੂੰ ਆਪਣੀ ਜਗ੍ਹਾ ਬਦਲਣ ਲਈ ਕਹਿ ਰਹੀ ਹੈ। ਮੈਂ ਰੀਨਾ ਨੂੰ ਕਹਿ ਕੇ ਉਸ ਦੀ ਜਗ੍ਹਾ ਬਦਲਵਾ ਦਿੱਤੀ ਤੇ ਬੱਚਿਆਂ ਦੇ ਨਾਲ ਜਾ ਕੇ ਬੈਠ ਗਈ। ਸਾਡਾ ਕਮਰਾ ਬੱਚਿਆਂ ਦੇ ਕਮਰੇ ਤੋਂ ਦੂਰ ਸੀ। ਉਸ ਆਸ਼ਰਮ ਵਿੱਚ 70-80 ਬੱਚੇ ਸਨ। ਮੁੰਡਿਆਂ ਦੇ ਕਮਰੇ ਅਲੱਗ ਸਨ ਤੇ ਕੁੜੀਆਂ ਦੇ ਕਮਰੇ ਅਲੱਗ ਸਨ। ਮੈਡਮ ਹਰ ਚੀਜ਼ ਦਾ ਉੱਥੇ ਖੁਦ ਖਿਆਲ ਰੱਖਦੀ ਸੀ। ਅਸੀਂ ਰਾਤ ਦਾ ਖਾਣਾ ਖਾਧਾ ਤੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਏ। ਅਗਲੇ ਦਿਨ ਜਦ ਮੈਂ ਉੱਠੀ ਤਾਂ ਰੋਜ਼ ਦੀ ਤਰ੍ਹਾਂ ਆਪਣੇ ਕੰਮਾਂ ਵਿੱਚ ਲੱਗ ਗਈ। ਜਦ ਦੁਪਹਿਰ ਦਾ ਖਾਣਾ ਖਾਣ ਦਾ ਸਮਾਂ ਹੋਇਆ ਤਾਂ ਮੈਂ ਨਿਸ਼ਾ ਦੇ ਕੋਲ ਗਈ। ਮੈਂ ਉਸ ਨੂੰ ਜਾ ਕੇ ਪੁੱਛਿਆ, ਹੁਣ ਤਾਂ ਤੈਨੂੰ ਚੰਗੀ ਤਰ੍ਹਾਂ ਨੀਂਦ ਆਈ ਹੋਵੇਗੀ, ਹੁਣ ਤਾਂ ਮੈਂ ਤੇਰੀ ਜਗ੍ਹਾ ਵੀ ਬਦਲਵਾ ਦਿੱਤੀ ਹੈ। ਪਰ ਉਹ ਬਾਕੀ ਦਿਨਾਂ ਦੀ ਤਰ੍ਹਾਂ ਅੱਜ ਵੀ ਉਦਾਸ ਸੀ। ਪਰ ਹੁਣ ਵੀ ਉਸਨੇ ਇਹੀ ਗੱਲ ਕਹੀ ਕਿ ਦੀਦੀ ਤੁਸੀਂ ਮੇਰੀ ਜਗ੍ਹਾ 'ਤੇ ਸੌਂ ਜਾਇਆ ਕਰੋ, ਮੈਨੂੰ ਬਹੁਤ ਦਰਦ ਹੁੰਦਾ ਹੈ। ਮੈਂ ਉਸ ਨੂੰ ਪੁੱਛਿਆ ਕਿ ਹੁਣ ਕਿਹੋ ਜਿਹਾ ਦਰਦ, ਕੀ ਤੈਨੂੰ ਕਦੇ ਕਿਸੇ ਬੱਚੇ ਨੇ ਪਰੇਸ਼ਾਨ ਕੀਤਾ ਹੈ?
ਐਨੇ ਨੂੰ ਮੈਡਮ ਮੇਰੇ ਕੋਲ ਆ ਗਈ। ਉਸਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਆਪਣੇ ਕਮਰੇ ਵਿੱਚ ਚਲੇ ਗਈ। ਹੁਣ ਜਦ ਵੀ ਨਿਸ਼ਾ ਮੈਨੂੰ ਮਿਲਦੀ ਤਾਂ ਉਹ ਇਹੀ ਗੱਲ ਕਹਿੰਦੀ, ਪਰ ਮੈਂ ਉਸਦੀ ਗੱਲ ਨੂੰ ਟਾਲ ਦਿੰਦੀ। ਮੈਨੂੰ ਲੱਗਿਆ ਕਿ ਉਹ ਸ਼ਾਇਦ ਇੱਥੇ ਰਹਿਣਾ ਹੀ ਨਹੀਂ ਚਾਹੁੰਦੀ, ਇਸ ਲਈ ਉਹ ਮੈਨੂੰ ਇਸ ਤਰ੍ਹਾਂ ਕਹਿੰਦੀ ਹੈ। ਪਰ ਮੈਂ ਇਹ ਵੀ ਸੋਚਦੀ ਕਿ ਉਸ ਨੂੰ ਇੱਥੇ ਕੀ ਪਰੇਸ਼ਾਨੀ ਹੋ ਸਕਦੀ ਹੈ। ਇੱਥੇ ਤਾਂ ਸਭ ਬੱਚੇ ਬਹੁਤ ਖੁਸ਼ ਰਹਿੰਦੇ ਹਨ। ਫਿਰ ਮੈਂ ਸੋਚਿਆ ਕਿ ਕਿਉਂ ਨਾ ਮੈਂ ਅੱਜ ਨਿਸ਼ਾ ਦੇ ਬਿਸਤਰ 'ਤੇ ਸੌਂ ਕੇ ਦੇਖਾਂ, ਉਹ ਝੂਠ ਬੋਲ ਰਹੀ ਹੈ ਜਾਂ ਫਿਰ ਸੱਚ। ਅੱਜ ਰਾਤ ਦਾ ਖਾਣਾ ਖਾਣ ਤੋਂ ਬਾਅਦ ਮੈਂ ਨਿਸ਼ਾ ਦੇ ਕੋਲ ਗਈ। ਮੈਂ ਨਿਸ਼ਾ ਨੂੰ ਆਪਣੇ ਕਮਰੇ ਵਿੱਚ ਆਪਣੇ ਬੈੱਡ 'ਤੇ ਸੁਲਾ ਦਿੱਤਾ ਤੇ ਮੈਂ ਉਸਦੀ ਜਗ੍ਹਾ ਜਾ ਕੇ ਪੈ ਗਈ। ਥੋੜ੍ਹੀ ਦੇਰ ਬਾਅਦ ਮੈਨੂੰ ਨੀਂਦ ਆ ਗਈ। ਅਜੇ ਮੈਨੂੰ ਸੁੱਤੀ ਹੋਈ ਨੂੰ ਥੋੜ੍ਹਾ ਟਾਈਮ ਹੀ ਹੋਇਆ ਸੀ। ਮੈਨੂੰ ਇਸ ਤਰ੍ਹਾਂ ਲੱਗਿਆ ਕਿ ਕਿਸੇ ਨੇ ਮੇਰੇ ਪੈਰਾਂ ਨੂੰ ਛੂਹਿਆ ਹੋਵੇ। ਮੈਂ ਆਪਣੇ ਪੈਰ ਚਾਦਰ ਦੇ ਅੰਦਰ ਕਰ ਲਏ। ਫਿਰ ਅਚਾਨਕ ਤੋਂ ਮੈਨੂੰ ਇੱਕ ਚੁਭਣ ਜਿਹੀ ਹੋਈ। ਮੈਂ ਚਾਦਰ ਹਟਾ ਕੇ ਦੇਖਿਆ ਤਾਂ ਉੱਥੇ ਮੈਨੂੰ ਕੁਝ ਲੋਕ ਨਜ਼ਰ ਆਏ। ਉਹ ਲੋਕ ਆਪਸ ਵਿੱਚ ਕੁਝ ਗੱਲਾਂ ਕਰ ਰਹੇ ਸੀ, ਪਰ ਮੈਂ ਉਹਨਾਂ ਨੂੰ ਠੀਕ ਤਰ੍ਹਾਂ ਦੇਖ ਨਾ ਸਕੀ ਤੇ ਮੈਂ ਬੇਹੋਸ਼ ਹੋ ਗਈ। ਅਗਲੀ ਸਵੇਰ ਜਦ ਮੈਂ ਉੱਠੀ ਤਾਂ ਮੈਂ ਆਪਣੀ ਜਗ੍ਹਾ 'ਤੇ ਹੀ ਸੌ ਰਹੀ ਸੀ। ਮੇਰੇ ਸਿਰ ਵਿੱਚ ਹਲਕਾ ਜਿਹਾ ਦਰਦ ਸੀ, ਅੱਖਾਂ ਲਾਲ ਹੋ ਰਹੀਆਂ ਸੀ। ਮੈਨੂੰ ਆਪਣੀ ਤਬੀਅਤ ਕੁਝ ਖਰਾਬ ਲੱਗ ਰਹੀ ਸੀ। ਮੈਂ ਉੱਠ ਕੇ ਹੱਥ ਮੂੰਹ ਧੋਇਆ ਤੇ ਨਾਸ਼ਤਾ ਕਰਕੇ ਦਵਾਈ ਲੈ ਲਈ। ਫਿਰ ਮੈਂ ਆਪਣੇ ਕੰਮਾਂ ਵਿੱਚ ਲੱਗ ਗਈ, ਕਿਉਂਕਿ ਮੈਨੂੰ ਰਾਤ ਦੇ ਬਾਰੇ ਕੁਝ ਵੀ ਯਾਦ ਨਹੀਂ ਸੀ। ਦੁਪਹਿਰ ਦੇ ਸਮੇਂ ਨਿਸ਼ਾ ਮੇਰੇ ਕੋਲ ਆਈ ਤੇ ਪੁੱਛਣ ਲੱਗੀ ਕਿ ਦੀਦੀ, ਕੀ ਮੇਰੀ ਤਰ੍ਹਾਂ ਤੁਹਾਨੂੰ ਵੀ ਦਰਦ ਹੋਇਆ ਸੀ? ਮੈਂ ਉਸ ਨੂੰ ਕਿਹਾ ਕਿ ਮੈਨੂੰ ਕੋਈ ਦਰਦ ਨਹੀਂ ਹੋਇਆ, ਤੂੰ ਸਿਰਫ ਬਹਾਨੇ ਬਣਾਉਣੀ ਆ। ਅੱਜ ਤੋਂ ਤੂੰ ਆਪਣੀ ਜਗ੍ਹਾ 'ਤੇ ਹੀ ਸੌਵੇਂਗੀ ਤੇ ਅੱਗੇ ਤੋਂ ਮੇਰੇ ਨਾਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ। ਉਹ ਆਪਣਾ ਛੋਟਾ ਜਿਹਾ ਮੂੰਹ ਲੈ ਕੇ ਕਮਰੇ ਵਿੱਚ ਚਲੇ ਗਈ। ਮੈਂ ਸੋਚਣ ਲੱਗੀ ਕਿ ਆਖਰ ਰਾਤ ਨੂੰ ਮੇਰੇ ਨਾਲ ਹੋਇਆ ਕੀ ਸੀ। ਮੈਨੂੰ ਕੁਝ ਯਾਦ ਕਿਉਂ ਨਹੀਂ ਆ ਰਿਹਾ ਸੀ। ਅਗਲੇ ਦਿਨ ਐਤਵਾਰ ਸੀ। ਮੈਂ ਆਪਣੇ ਪਿਤਾ ਜੀ ਨੂੰ ਮਿਲਣ ਆਪਣੇ ਘਰ ਚਲੀ ਗਈ। ਜਦ ਮੈਂ ਘਰ ਪਹੁੰਚੀ ਤਾਂ ਮੇਰੇ ਪਿਤਾ ਜੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਮੈਨੂੰ ਮੇਰੀ ਨੌਕਰੀ ਦੇ ਬਾਰੇ ਪੁੱਛਣ ਲੱਗੇ ਕਿ ਮੈਂ ਉੱਥੇ ਖੁਸ਼ ਤਾਂ ਹਾਂ ਨਾ, ਮੈਨੂੰ ਜ਼ਿਆਦਾ ਕੰਮ ਤਾਂ ਨਹੀਂ ਕਰਨਾ ਪੈਂਦਾ। ਫਿਰ ਮੈਂ ਆਪਣੇ ਪਿਤਾ ਜੀ ਨੂੰ ਉੱਥੇ ਬਾਰੇ ਸਭ ਕੁਝ ਦੱਸਿਆ ਤੇ ਖਰਚੇ ਲਈ ਆਪਣੇ ਪਿਤਾ ਜੀ ਨੂੰ ਪੈਸੇ ਦੇ ਦਿੱਤੇ। ਮੇਰੇ ਪਿਤਾ ਜੀ ਬਹੁਤ ਖੁਸ਼ ਹੋਏ ਤੇ ਮੈਨੂੰ ਦੁਆਵਾਂ ਦੇਣ ਲੱਗੇ। ਅਗਲੇ ਦਿਨ ਮੈਂ ਅਨਾਥ ਆਸ਼ਰਮ ਲਈ ਨਿਕਲ ਗਈ ਤੇ ਉੱਥੇ ਜਾ ਕੇ ਆਪਣੇ ਕੰਮਾਂ ਤੇ ਲੱਗ ਗਈ। ਸ਼ਾਮ ਦਾ ਖਾਣਾ ਖਾਣ ਲਈ ਜਦ ਅਸੀਂ ਗਏ ਤਾਂ ਮੈਂ ਅਨੁਰਾਧਾ ਨੂੰ ਨਿਸ਼ਾ ਬਾਰੇ ਪੁੱਛਿਆ। ਅਨੁਰਾਧਾ ਨੇ ਮੈਨੂੰ ਦੱਸਿਆ ਕਿ ਤੈਨੂੰ ਨਹੀਂ ਪਤਾ, ਉਸ ਨੂੰ ਤਾਂ ਇੱਕ ਆਦਮੀ ਨੇ ਅਡਾਪਟ ਕਰ ਲਿਆ ਹੈ ਤੇ ਉਹ ਕੱਲ੍ਹ ਹੀ ਉਸ ਨੂੰ ਲੈ ਕੇ ਚਲੇ ਗਏ ਸੀ। ਮੈਂ ਇਹ ਗੱਲ ਸੁਣ ਕੇ ਬਹੁਤ ਉਦਾਸ ਹੋਈ, ਕਿਉਂਕਿ ਮੈਂ ਨਿਸ਼ਾ ਦੇ ਬਹੁਤ ਕਰੀਬ ਹੋ ਗਈ ਸੀ। ਪਰ ਕਿਤੇ ਨਾ ਕਿਤੇ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਨਿਸ਼ਾ ਨੂੰ ਹੁਣ ਮਾਤਾ ਪਿਤਾ ਮਿਲ ਗਏ ਹੋਣਗੇ ਤੇ ਹੁਣ ਉਹ ਚੰਗਾ ਜੀਵਨ ਬਤੀਤ ਕਰੇਗੀ। ਮੈਨੂੰ ਨਿਸ਼ਾ ਦੀ ਬਹੁਤ ਯਾਦ ਆਉਂਦੀ ਸੀ, ਪਰ ਮੈਂ ਹੋਰ ਬੱਚਿਆਂ ਵਿੱਚ ਆਪਣੇ ਆਪ ਨੂੰ ਬਿਜੀ ਕਰ ਲਿਆ ਸੀ। ਪਰ ਮੈਨੂੰ ਇੱਕ ਗੱਲ ਬਹੁਤ ਹੈਰਾਨ ਕਰਦੀ, ਇੱਥੇ ਰੋਜ਼ ਬਹੁਤ ਬੱਚੇ ਆਉਂਦੇ ਸਨ ਤੇ ਬਹੁਤ ਬੱਚੇ ਅਡਾਪਟ ਕਰ ਲਏ ਜਾਂਦੇ ਸੀ। ਨਹੀਂ ਤਾਂ ਲੋਕ ਅਨਾਥ ਬੱਚਿਆਂ ਨੂੰ ਗੋਦ ਲੈਣਾ ਨਹੀਂ ਚਾਹੁੰਦੇ ਤੇ ਜੇ ਲੈ ਕੇ ਵੀ ਜਾਂਦੇ ਹਨ ਤਾਂ ਉਹਨਾਂ ਨੂੰ ਨੌਕਰ ਬਣਾ ਕੇ ਰੱਖਦੇ ਹਨ। ਪਰ ਇੱਥੇ ਤਾਂ ਰੋਜ਼ ਹੀ ਬਹੁਤ ਸਾਰੇ ਬੱਚਿਆਂ ਦਾ ਅਡਾਪਸ਼ਨ ਹੁੰਦਾ ਸੀ ਤੇ ਹਰ ਆਦਮੀ ਬੱਚਿਆਂ ਨੂੰ ਆਪਣੀ ਸੰਤਾਨ ਬਣਾ ਕੇ ਹੀ ਲੈ ਕੇ ਜਾਂਦੇ ਸਨ। ਮੈਨੂੰ ਇਹ ਗੱਲ ਬਹੁਤ ਪਰੇਸ਼ਾਨ ਕਰਦੀ ਸੀ। ਮੈਂ ਜਾਣਨਾ ਚਾਹੁੰਦੀ ਸੀ ਕਿ ਆਖਿਰ ਮਾਮਲਾ ਕੀ ਹੈ, ਪਰ ਇੱਥੇ ਕਿਸੇ ਨੂੰ ਕੁਝ ਪੁੱਛ ਵੀ ਤਾਂ ਨਹੀਂ ਸਕਦੀ ਸੀ। ਜੇ ਮੈਂ ਜ਼ਿਆਦਾ ਪੁੱਛਗਿੱਛ ਕਰਦੀ ਤਾਂ ਮੇਰੀ ਨੌਕਰੀ ਖਤਰੇ ਵਿੱਚ ਆ ਜਾਂਦੀ ਤੇ ਮੈਨੂੰ ਇਸ ਨੌਕਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਇੱਕ ਦਿਨ ਮੈਂ ਪ੍ਰਾਚੀ ਨੂੰ ਪੁੱਛ ਹੀ ਲਿਆ ਕਿ ਇੱਥੇ ਤਾਂ ਬਹੁਤ ਸਾਰੇ ਅਡਾਪਸ਼ਨ ਹੁੰਦੇ ਹਨ, ਨਹੀਂ ਤਾਂ ਲੋਕ ਅਨਾਥ ਬੱਚਿਆਂ ਨੂੰ ਲੈਣਾ ਪਸੰਦ ਨਹੀਂ ਕਰਦੇ। ਪ੍ਰਾਚੀ ਨੇ ਕਿਹਾ ਕਿ ਇੱਥੋਂ ਦੀ ਮੈਡਮ ਬਹੁਤ ਚੰਗੀ ਹੈ ਤੇ ਉਹ ਬਹੁਤ ਸਾਰੇ ਲੋਕਾਂ ਨੂੰ ਜਾਣਦੀ ਹੈ, ਜਿਸ ਦੀ ਵਜ੍ਹਾ ਨਾਲ ਇੱਥੇ ਜ਼ਿਆਦਾ ਅਡਾਪਸ਼ਨ ਹੁੰਦੇ ਹਨ। ਵੈਸੇ ਵੀ ਦੁਨੀਆ ਵਿੱਚ ਬੁਰੇ ਲੋਕਾਂ ਦੇ ਨਾਲ ਨਾਲ ਚੰਗੇ ਲੋਕ ਵੀ ਹੁੰਦੇ ਹਨ। ਉਸ ਦੀ ਗੱਲ ਸੁਣ ਕੇ ਮੈਂ ਖਾਮੋਸ਼ ਹੋ ਗਈ। ਮੈਨੂੰ ਇੱਥੇ ਕਾਫੀ ਸਮਾਂ ਹੋ ਗਿਆ ਸੀ। ਇੱਥੇ ਰੋਜ਼ ਹੀ ਕਾਫੀ ਬੱਚੇ ਆਉਂਦੇ ਜਾਂਦੇ ਰਹਿੰਦੇ ਸਨ। ਇੱਕ ਦਿਨ ਇੱਕ ਬੱਚੀ ਮੇਰੇ ਕੋਲ ਆਈ ਜੋ ਕਿ ਲਗਭਗ 14 ਸਾਲ ਦੀ ਹੋਵੇਗੀ। ਉਹ ਮੈਨੂੰ ਆ ਕੇ ਕਹਿਣ ਲੱਗੀ ਕਿ ਦੀਦੀ, ਮੈਂ ਆਪਣੇ ਬਿਸਤਰ 'ਤੇ ਨਹੀਂ ਸੌਣਾ, ਮੈਨੂੰ ਬਹੁਤ ਦਰਦ ਹੁੰਦਾ ਹੈ। ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ, ਕਿਉਂਕਿ ਇਹ ਗੱਲ ਨਿਸ਼ਾ ਵੀ ਕਿਹਾ ਕਰਦੀ ਸੀ। ਮੈਂ ਉਸ ਨੂੰ ਪੁੱਛਿਆ ਕਿ ਬੇਟਾ, ਕਿਸ ਤਰ੍ਹਾਂ ਦਾ ਦਰਦ ਹੁੰਦਾ ਹੈ? ਕੀ ਤੈਨੂੰ ਕੋਈ ਪਰੇਸ਼ਾਨੀ ਹੈ? ਕੀ ਤੈਨੂੰ ਬਿਸਤਰ ਵਿੱਚ ਕੁਝ ਚੁਭਦਾ ਹੈ? ਉਹ ਬੱਚੀ ਰੋਣ ਲੱਗੀ ਤੇ ਰੋਂਦੇ ਰੋਂਦੇ ਉਸਨੇ ਮੈਨੂੰ ਦੱਸਿਆ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮੈਨੂੰ ਕਿਸੇ ਨੇ ਇੰਜੈਕਸ਼ਨ ਲਗਾਇਆ ਹੋਵੇ। ਉਸ ਤੋਂ ਬਾਅਦ ਮੈਨੂੰ ਕੁਝ ਯਾਦ ਨਹੀਂ ਰਹਿੰਦਾ। ਜਦੋਂ ਸਵੇਰੇ ਉੱਠਦੀ ਹੈ ਤਾਂ ਉਸਨੂੰ ਪੂਰੇ ਸਰੀਰ ਵਿੱਚ ਦਰਦ ਹੁੰਦਾ ਹੈ। ਮੇਰੇ ਦਿਮਾਗ ਵਿੱਚ ਅਜਿਹੀ ਗੱਲ ਆਈ ਜੋ ਮੈਂ ਸੋਚ ਨਹੀਂ ਸਕਦੀ ਸੀ। ਮੈਂ ਆਪਣੇ ਆਪ ਨਾਲ ਸਵਾਲ ਕਰਕੇ ਆਪ ਹੀ ਜਵਾਬ ਦਿੱਤਾ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ।
ਇੱਥੇ ਇਸ ਤਰ੍ਹਾਂ ਕੌਣ ਕਰ ਸਕਦਾ ਹੈ? ਇੱਥੇ ਤਾਂ ਹਰ ਤਰ੍ਹਾਂ ਨਾਲ ਬੱਚੇ ਦਾ ਖਿਆਲ ਰੱਖਿਆ ਜਾਂਦਾ ਹੈ। ਫਿਰ ਇਸ ਤਰ੍ਹਾਂ ਦੀ ਦਰਿੰਦਗੀ ਇਹਨਾਂ ਨਾਲ ਕੌਣ ਕਰ ਸਕਦਾ ਹੈ? ਮੈਂ ਉਸ ਬੱਚੀ ਨੂੰ ਆਪਣੇ ਕਮਰੇ ਵਿੱਚ ਲੈ ਗਈ ਤੇ ਦਰਵਾਜ਼ਾ ਅੰਦਰ ਤੋਂ ਬੰਦ ਕਰ ਲਿਆ। ਮੈਂ ਉਸਦੇ ਕੱਪੜੇ ਉਤਾਰ ਕੇ ਦੇਖਿਆ ਤਾਂ ਉਸਦੇ ਸਰੀਰ 'ਤੇ ਕੁਝ ਨਿਸ਼ਾਨ ਸੀ। ਮੈਂ ਸਮਝ ਗਈ ਕਿ ਉਸਦੇ ਨਾਲ ਕੁਝ ਗਲਤ ਹੋਇਆ ਹੈ। ਮੈਂ ਉਸਨੂੰ ਕਿਹਾ ਕਿ ਤੂੰ ਫਿਕਰ ਨਾ ਕਰ, ਮੈਂ ਰਾਤ ਨੂੰ ਤੇਰੇ ਨਾਲ ਹੀ ਸੌਵਾਂਗੀ ਤੇ ਤੂੰ ਇਹ ਗੱਲ ਅਜੇ ਕਿਸੇ ਨੂੰ ਨਾ ਦੱਸੀ। ਉਸ ਬੱਚੀ ਦੀ ਇਹ ਹਾਲਤ ਦੇਖ ਕੇ ਮੈਨੂੰ ਰੋਣਾ ਆ ਰਿਹਾ ਸੀ, ਪਰ ਮੈਂ ਖੁਦ ਨੂੰ ਸ਼ਾਂਤ ਕੀਤਾ ਤੇ ਮਨ ਹੀ ਮਨ ਸੋਚ ਲਿਆ ਕਿ ਇਸ ਦੇ ਨਾਲ ਜੋ ਕੁਝ ਵੀ ਹੋਇਆ ਹੈ ਮੈਂ ਉਸ ਦਾ ਪਤਾ ਲਗਾ ਕੇ ਹੀ ਰਹਾਂਗੀ। ਇਸ ਬੱਚੀ ਨਾਲ ਜਿਸਨੇ ਵੀ ਗਲਤ ਕੀਤਾ ਹੈ ਉਸ ਨੂੰ ਛੱਡਾਂਗੀ ਨਹੀਂ। ਜਦ ਰਾਤ ਹੋਈ ਤਾਂ ਮੈਂ ਬੱਚਿਆਂ ਦੇ ਕਮਰੇ ਵਿੱਚ ਜਾ ਕੇ ਉਸ ਕੁੜੀ ਦੇ ਥੋੜ੍ਹੀ ਦੂਰੀ ਤੇ ਪੈ ਗਈ। ਮੈਂ ਕਿਸੇ ਨੂੰ ਵੀ ਇਸ ਬਾਰੇ ਨਹੀਂ ਦੱਸਿਆ ਸੀ। ਮੈਂ ਇੱਕ ਚਾਦਰ ਨਾਲ ਆਪਣੇ ਆਪ ਨੂੰ ਢੱਕ ਲਿਆ ਸੀ। ਮੈਨੂੰ ਨੀਂਦ ਆ ਰਹੀ ਸੀ। ਅੱਧੀ ਰਾਤ ਹੋ ਚੁੱਕੀ ਸੀ। ਰਾਤ ਦੇ 12:30 ਵਜੇ ਦਾ ਟਾਈਮ ਸੀ। ਮੈਨੂੰ ਕਿਸੇ ਦੇ ਦਰਵਾਜ਼ਾ ਖੋਲ੍ਹਣ ਦੀ ਆਵਾਜ਼ ਆਈ। ਜਦ ਮੈਂ ਚਾਦਰ ਵਿੱਚੋਂ ਲੁਕ ਕੇ ਦੇਖਿਆ ਤਾਂ 2 ਆਦਮੀ ਉਸ ਬੱਚੀ ਵੱਲ ਆ ਰਹੇ ਸੀ। ਉਹ ਦੋਨੋਂ ਆਦਮੀ ਉਸ ਬੱਚੀ ਕੋਲ ਗਏ ਤੇ ਉਸ ਦਾ ਮੂੰਹ ਬੰਦ ਕਰ ਲਿਆ। ਫਿਰ ਉਸ ਨੂੰ ਇੰਜੈਕਸ਼ਨ ਲਗਾ ਦਿੱਤਾ। ਕੁਝ ਦੇਰ ਬਾਅਦ ਉਸ ਨੂੰ ਗੋਦ ਵਿੱਚ ਚੁੱਕ ਕੇ ਬਾਹਰ ਚਲੇ ਗਏ। ਇਹ ਦੇਖ ਕੇ ਮੇਰੇ ਤਾਂ ਹੋਸ਼ ਉੱਡ ਗਏ। ਮੈਂ ਜਲਦੀ ਨਾਲ ਉੱਠੀ ਤੇ ਉਹਨਾਂ ਦੋਨਾਂ ਆਦਮੀਆਂ ਦਾ ਪਿੱਛਾ ਕਰਨ ਲੱਗੀ। ਇਹ ਦੋਨੋਂ ਆਦਮੀ ਉਹੀ ਸੀ ਜੋ ਇੱਥੇ ਅਨਾਥ ਬੱਚਿਆਂ ਨੂੰ ਲੈ ਕੇ ਆਉਂਦੇ ਸੀ। ਪਹਿਲਾਂ ਮੈਂ ਸੋਚਿਆ ਕਿ ਇਹ ਗੱਲ ਮੈਂ ਮੈਡਮ ਨੂੰ ਦੱਸਦੀ ਹਾਂ, ਪਰ ਮੈਂ ਜਦ ਤੱਕ ਮੈਡਮ ਨੂੰ ਜਗਾਉਂਦੀ ਤੇ ਉਹਨਾਂ ਨੂੰ ਸਭ ਕੁਝ ਦੱਸਦੀ ਤਦ ਤੱਕ ਤਾਂ ਉਹ ਲੋਕ ਇੱਥੋਂ ਨਿਕਲ ਜਾਂਦੇ। ਇਸ ਲਈ ਮੈਂ ਉਹਨਾਂ ਦਾ ਪਿੱਛਾ ਕਰਨਾ ਸਹੀ ਸਮਝਿਆ। ਜਦ ਮੈਂ ਉਹਨਾਂ ਦਾ ਪਿੱਛਾ ਕਰਦੇ ਕਰਦੇ ਬਾਹਰ ਆ ਗਈ ਤਾਂ ਇਹ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਉਹ ਵਾਚਮੈਨ ਨਾਲ ਗੱਲ ਕਰ ਰਹੇ ਸੀ ਤੇ ਵਾਚਮੈਨ ਨੇ ਉਹਨਾਂ ਨੂੰ ਬਾਹਰ ਜਾਣ ਲਈ ਗੇਟ ਵੀ ਖੋਲ੍ਹ ਦਿੱਤਾ ਸੀ। ਫਿਰ ਮੈਂ ਸਮਝ ਗਈ ਕਿ ਵਾਚਮੈਨ ਤੇ ਮੈਡਮ ਇਹਨਾਂ ਨਾਲ ਮਿਲੇ ਹੋਏ ਹਨ। ਉਹਨਾਂ ਦੇ ਬਾਹਰ ਨਿਕਲਦੇ ਹੀ ਵਾਚਮੈਨ ਨੇ ਗੇਟ ਬੰਦ ਕਰ ਦਿੱਤਾ। ਮੈਂ ਦੂਸਰੇ ਗੇਟ ਰਾਹੀਂ ਬਾਹਰ ਗਈ ਤਾਂ ਮੈਨੂੰ ਸਾਹਮਣੇ ਹੀ ਉਹੀ 2 ਆਦਮੀ ਦਿਖਾਈ ਦਿੱਤੇ। ਮੈਂ ਉਹਨਾਂ ਦੇ ਪਿੱਛੇ ਪਿੱਛੇ ਜਾਣ ਲੱਗੀ। ਅਨਾਥ ਆਸ਼ਰਮ ਤੋਂ ਥੋੜ੍ਹੀ ਦੂਰੀ ਤੇ ਇੱਕ ਘਰ ਸੀ ਜਿੱਥੇ ਕੋਈ ਨਹੀਂ ਰਹਿੰਦਾ ਸੀ। ਉਹ ਲੋਕ ਉਸ ਘਰ ਵਿੱਚ ਚਲੇ ਗਏ ਤੇ ਦਰਵਾਜ਼ਾ ਅੰਦਰ ਤੋਂ ਬੰਦ ਕਰ ਲਿਆ। ਮੈਂ ਘਰ ਦੇ ਚਾਰੇ ਪਾਸੇ ਤੋਂ ਦੇਖਿਆ ਕਿ ਸ਼ਾਇਦ ਮੈਨੂੰ ਕੋਈ ਹੋਰ ਦਰਵਾਜ਼ਾ ਅੰਦਰ ਜਾਣ ਦਾ ਦਿਖ ਜਾਵੇ। ਫਿਰ ਮੈਂ ਇੱਕ ਟੁੱਟਿਆ ਹੋਇਆ ਦਰਵਾਜ਼ਾ ਦੇਖਿਆ। ਮੈਂ ਉਸ ਟੁੱਟੇ ਹੋਏ ਦਰਵਾਜ਼ੇ ਵਿੱਚੋਂ ਘਰ ਦੇ ਅੰਦਰ ਦਾਖਲ ਹੋ ਗਈ। ਪੂਰੇ ਘਰ ਵਿੱਚ ਅੰਧੇਰਾ ਸੀ। ਮੈਂ ਅੱਗੇ ਜਾ ਕੇ ਦੇਖਿਆ ਤਾਂ ਇੱਕ ਕਮਰੇ ਦੀ ਲਾਈਟ ਜਗ ਰਹੀ ਸੀ। ਮੈਂ ਉਸ ਕਮਰੇ ਵੱਲ ਗਈ ਤਾਂ ਉਸ ਕਮਰੇ ਦਾ ਦਰਵਾਜ਼ਾ ਵੀ ਅੰਦਰ ਤੋਂ ਬੰਦ ਸੀ। ਮੈਂ ਖਿੜਕੀ ਵਿੱਚੋਂ ਝਾਕ ਕੇ ਦੇਖਿਆ ਤਾਂ ਮੇਰੀ ਤਾਂ ਹੋਸ਼ ਹੀ ਉੱਡ ਗਏ। ਉੱਥੇ ਉਹੀ 2 ਆਦਮੀ ਸੀ। ਇੱਕ ਆਦਮੀ ਖੜਾ ਸੀ ਤੇ ਦੂਜਾ ਬੱਚੀ ਦੇ ਨਾਲ ਗਲਤ ਕੰਮ ਕਰ ਰਿਹਾ ਸੀ। ਇਹ ਦੇਖਦੇ ਹੀ ਮੇਰੀਆਂ ਤਾਂ ਚੀਕਾਂ ਨਿਕਲ ਗਈਆਂ। ਮੈਂ ਬਿਨਾਂ ਕੁਝ ਸੋਚੇ ਸਮਝੇ ਖਿੜਕੀ ਵਿੱਚੋਂ ਆਵਾਜ਼ ਲਗਾ ਦਿੱਤੀ। ਮੈਂ ਉਹਨਾਂ ਨੂੰ ਕਿਹਾ ਕਿ ਇਸ ਬੱਚੀ ਨੂੰ ਛੱਡ ਦਿਓ, ਨਹੀਂ ਤਾਂ ਮੈਂ ਪੁਲਿਸ ਨੂੰ ਬੁਲਾ ਲਵਾਂਗੀ। ਉਹਨਾਂ ਨੇ ਮੈਨੂੰ ਦੇਖਿਆ ਤੇ ਕਹਿਣ ਲੱਗੇ ਕਿ ਤੂੰ ਇੱਥੇ ਕਿਵੇਂ ਆਈ, ਜਾ ਇੱਥੋਂ। ਮੈਂ ਕਿਹਾ ਛੱਡੋ ਉਸ ਬੱਚੀ ਨੂੰ। ਉਹਨਾਂ ਵਿੱਚੋਂ ਇੱਕ ਆਦਮੀ ਮੇਰੇ ਕੋਲ ਆਇਆ ਤੇ ਮੇਰੇ ਸਿਰ ਵਿੱਚ ਜ਼ੋਰ ਦੇ ਕੁਝ ਮਾਰਿਆ, ਜਿਸ ਨਾਲ ਮੈਂ ਬੇਹੋਸ਼ ਹੋ ਗਈ ਤੇ ਜਦ ਮੈਨੂੰ ਹੋਸ਼ ਆਇਆ ਤਾਂ ਮੇਰਾ ਸਿਰ ਘੁੰਮ ਰਿਹਾ ਸੀ। ਮੈਂ ਹਿੰਮਤ ਕਰਕੇ ਉੱਠਣ ਦੀ ਕੋਸ਼ਿਸ਼ ਕੀਤੀ ਤੇ ਜਦ ਉੱਠ ਕੇ ਦੇਖਿਆ ਤਾਂ ਮੈਂ ਇੱਕ ਹਨੇਰੇ ਕਮਰੇ ਵਿੱਚ ਬੰਦ ਸੀ। ਮੈਨੂੰ ਬੇਹੋਸ਼ ਹੋਣ ਤੋਂ ਪਹਿਲਾਂ ਦਾ ਸਭ ਕੁਝ ਯਾਦ ਆ ਗਿਆ ਤੇ ਮੈਂ ਉਸ ਬੱਚੀ ਦੇ ਬਾਰੇ ਸੋਚਣ ਲੱਗੀ। ਪਤਾ ਨਹੀਂ ਇਹਨਾਂ ਜ਼ਾਲਮਾਂ ਨੇ ਉਸ ਬੱਚੀ ਦੇ ਨਾਲ ਕੀ ਕੀਤਾ ਹੋਵੇਗਾ। ਉਹ ਕਿਸ ਹਾਲ ਵਿੱਚ ਹੋਵੇਗੀ। ਇਸ ਵਿੱਚ ਮੈਡਮ ਤੇ ਉਹ ਵਾਚਮੈਨ ਵੀ ਮਿਲੇ ਹੋਏ ਸੀ। ਮੇਰੇ ਹੱਥ ਪੈਰ ਬੰਨੇ ਹੋਏ ਸੀ। ਮੈਂ ਖੋਲ੍ਹਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੇਰੀ ਕੋਸ਼ਿਸ਼ ਬੇਕਾਰ ਰਹੀ। ਥੋੜ੍ਹੀ ਦੇਰ ਬਾਅਦ ਇੱਕ ਆਦਮੀ ਅੰਦਰ ਆਇਆ। ਉਹ ਮੇਰੇ ਲਈ ਖਾਣਾ ਲੈ ਕੇ ਆਇਆ ਸੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਛੱਡ ਦਿਓ, ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗੀ। ਉਹ ਹੱਸਣ ਲੱਗਿਆ ਤੇ ਮੈਨੂੰ ਕਹਿਣ ਲੱਗਿਆ ਕਿ ਕੀ ਹੋਇਆ, ਪਹਿਲਾਂ ਤਾਂ ਬਹੁਤ ਉਛਲ ਰਹੀ ਸੀ, ਨਿਕਲ ਗਈ ਸਾਰੀ ਆਕੜ। ਮੈਂ ਉਸ ਦੀ ਗੱਲ ਸੁਣ ਕੇ ਰੋਣ ਲੱਗੀ। ਇਸ ਵਕਤ ਮੈਂ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ ਸੀ ਕਿਉਂਕਿ ਮੇਰੇ ਹੱਥ ਪੈਰ ਬੰਨੇ ਹੋਏ ਸੀ ਤੇ ਉਹ ਬਹੁਤ ਖਤਰਨਾਕ ਤੇ ਜ਼ਾਲਮ ਆਦਮੀ ਸੀ। ਉਹ ਮੇਰੇ ਨਾਲ ਕੁਝ ਵੀ ਕਰ ਸਕਦੇ ਸੀ। ਉਸ ਆਦਮੀ ਨੇ ਕਿਹਾ, ਐ ਲੈ ਖਾਣਾ ਖਾ ਲਾ, ਰੋਣ ਲਈ ਵੀ ਤਾਂ ਤਾਕਤ ਦੀ ਲੋੜ ਹੁੰਦੀ ਹੈ ਨਾ। ਫਿਰ ਉਸਨੇ ਮੇਰੇ ਹੱਥ ਖੋਲ੍ਹੇ ਤੇ ਖਾਣੇ ਦੀ ਥਾਲੀ ਮੇਰੇ ਹੱਥ ਵਿੱਚ ਫੜਾ ਕੇ ਚਲਾ ਗਿਆ। ਮੈਂ ਉਸ ਖਾਣੇ ਨੂੰ ਹੱਥ ਵੀ ਨਹੀਂ ਲਗਾਇਆ ਕਿਉਂਕਿ ਹੋ ਸਕਦਾ ਹੈ ਕਿ ਉਹਨਾਂ ਨੇ ਉਸ ਖਾਣੇ ਵਿੱਚ ਜ਼ਹਿਰ ਮਿਲਾਇਆ ਹੋਵੇ ਤਾਂ ਕਿ ਉਹ ਮੈਨੂੰ ਰਾਸਤੇ ਤੋਂ ਹਟਾ ਸਕਣ, ਕਿਉਂਕਿ ਮੈਂ ਉਹਨਾਂ ਦੀ ਸਾਰੀ ਹਕੀਕਤ ਜਾਣ ਚੁੱਕੀ ਸੀ। ਉਹ ਆਦਮੀ ਮੇਰੇ ਨਾਲ ਕੁਝ ਨਾ ਕੁਝ ਜ਼ਰੂਰ ਕਰਦੇ। ਅਚਾਨਕ ਮੈਨੂੰ ਨਿਸ਼ਾ ਦੀ ਯਾਦ ਆ ਗਈ। ਹੁਣ ਮੈਨੂੰ ਉਸਦੇ ਦਰਦ ਦਾ ਅਹਿਸਾਸ ਹੋ ਰਿਹਾ ਸੀ। ਹੁਣ ਮੈਂ ਸਮਝ ਗਈ ਸੀ ਕਿ ਉਹ ਮੈਨੂੰ ਕਿਉਂ ਕਹਿੰਦੀ ਸੀ ਕਿ ਮੈਨੂੰ ਬਹੁਤ ਦਰਦ ਹੁੰਦਾ ਹੈ। ਵਿਚਾਰੀ ਮਾਸੂਮ ਬੱਚੀ, ਇੱਕ ਤਾਂ ਲਾਵਾਰਿਸ, ਉੱਪਰ ਤੋਂ ਉਸ ਨਾਲ ਇੰਨਾ ਗਲਤ ਹੋਇਆ। ਭਗਵਾਨ ਇਹਨਾਂ ਨੂੰ ਕਦੇ ਮਾਫ਼ ਨਹੀਂ ਕਰੇਗਾ।
ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੈਡਮ ਵੀ ਇਹਨਾਂ ਨਾਲ ਮਿਲੀ ਹੋਈ ਹੈ। ਮੈਂ ਸੋਚਿਆ ਕਿ ਕਿਸੇ ਵੀ ਹਾਲਤ ਵਿੱਚ ਮੈਨੂੰ ਇੱਥੋਂ ਨਿਕਲਣਾ ਹੋਵੇਗਾ, ਨਹੀਂ ਤਾਂ ਇਹ ਲੋਕ ਮੈਨੂੰ ਵੀ ਮਾਰ ਦੇਣਗੇ। ਮੈਂ ਦਰਵਾਜ਼ਾ ਖੋਲ੍ਹਣ ਲੱਗੀ ਤਾਂ ਦਰਵਾਜ਼ਾ ਬਾਹਰ ਤੋਂ ਬੰਦ ਸੀ। ਮੈਂ ਕਮਰੇ ਦੇ ਚਾਰੇ ਪਾਸੇ ਦੇਖਿਆ, ਮੈਨੂੰ ਉੱਥੇ ਕੁਝ ਵੀ ਨਜ਼ਰ ਨਹੀਂ ਆਇਆ। ਫਿਰ ਮੈਂ ਉੱਪਰ ਵੱਲ ਦੇਖਿਆ, ਉੱਥੇ ਮੈਨੂੰ ਇੱਕ ਛੋਟੀ ਜਿਹੀ ਖਿੜਕੀ ਦਿਖਾਈ ਦਿੱਤੀ ਜੋ ਕਿ ਕਾਫੀ ਉੱਪਰ ਸੀ। ਮੈਂ ਕਮਰੇ ਵਿੱਚ ਦੇਖਿਆ, ਕਮਰੇ ਵਿੱਚ ਇੱਕ ਸਟੂਲ ਪਿਆ ਸੀ। ਕਮਰੇ ਵਿੱਚ ਉੱਪਰ ਦੀ ਤਰਫ ਇੱਕ ਸਲਿੱਪ ਬਣਿਆ ਹੋਇਆ ਸੀ ਜਿਸ ਤੇ ਚੜ੍ਹ ਕੇ ਮੈਂ ਖਿੜਕੀ ਤੱਕ ਪਹੁੰਚ ਸਕਦੀ ਸੀ। ਉਸ ਸਲਿੱਪ ਤੇ ਚੜ੍ਹ ਕੇ ਮੈਂ ਸਟੂਲ ਰੱਖ ਕੇ ਖਿੜਕੀ ਵਿੱਚੋਂ ਦੇਖਿਆ ਤਾਂ ਬਾਹਰ ਕੋਈ ਨਹੀਂ ਸੀ। ਮੈਂ ਖਿੜਕੀ ਦਾ ਸ਼ੀਸ਼ਾ ਤੋੜਿਆ ਤੇ ਬਾਹਰ ਛਾਲ ਮਾਰ ਦਿੱਤੀ। ਛਾਲ ਮਾਰਨ ਨਾਲ ਮੇਰੇ ਪੈਰ ਵਿੱਚ ਮੋਚ ਆ ਗਈ। ਮੇਰੇ ਤੋਂ ਚੱਲਿਆ ਵੀ ਨਹੀਂ ਜਾ ਰਿਹਾ ਸੀ, ਪਰ ਮੈਂ ਆਪਣੀ ਪਰਵਾਹ ਛੱਡ ਕੇ ਜਲਦੀ ਨਾਲ ਗੇਟ ਵੱਲ ਗਈ। ਗੇਟ ਵੀ ਬੰਦ ਸੀ। ਫਿਰ ਮੈਂ ਬਾਹਰ ਨਿਕਲਣ ਦਾ ਦੂਜਾ ਦਰਵਾਜ਼ਾ ਲੱਭਿਆ। ਮੈਂ ਉਸੇ ਟੁੱਟੇ ਹੋਏ ਦਰਵਾਜ਼ੇ ਦੇ ਵਿੱਚੋਂ ਬਾਹਰ ਨਿਕਲ ਗਈ ਜਿਸ ਦੇ ਰਾਹੀਂ ਮੈਂ ਇਸ ਘਰ ਦੇ ਅੰਦਰ ਦਾਖਲ ਹੋਈ ਸੀ। ਥੋੜੀ ਦੂਰੀ ਤੇ ਹੀ ਅਨਾਥ ਆਸ਼ਰਮ ਸੀ ਤੇ ਗੇਟ ਤੇ ਵਾਚਮੈਨ ਬੈਠਾ ਰਹਿੰਦਾ ਸੀ। ਜੇ ਉਹ ਮੈਨੂੰ ਦੇਖ ਲੈਂਦਾ ਤਾਂ ਉਹ ਮੈਨੂੰ ਦੁਬਾਰਾ ਤੋਂ ਪਕੜਵਾ ਦਿੰਦਾ। ਫਿਰ ਮੈਂ ਦੂਜੇ ਰਸਤੇ ਨੂੰ ਲੁਕਦੀ ਲੁਕਾਉਂਦੀ ਹੋਈ ਪੁਲਿਸ ਸਟੇਸ਼ਨ ਪਹੁੰਚ ਗਈ, ਕਿਉਂਕਿ ਮੈਂ ਬੱਚਿਆਂ ਨੂੰ ਇਸੇ ਤਰ੍ਹਾਂ ਨਹੀਂ ਛੱਡ ਸਕਦੀ ਸੀ। ਉੱਥੇ ਬੱਚਿਆਂ ਨਾਲ ਬਹੁਤ ਗਲਤ ਹੋ ਰਿਹਾ ਸੀ ਤੇ ਇਹ ਸਭ ਪੁਲਿਸ ਨੂੰ ਦੱਸਣਾ ਬਹੁਤ ਜ਼ਰੂਰੀ ਸੀ। ਮੈਂ ਪੈਦਲ ਚੱਲ ਕੇ ਹੀ ਪੁਲਿਸ ਸਟੇਸ਼ਨ ਪਹੁੰਚੀ, ਜਿੱਥੇ ਮੈਨੂੰ ਕਾਫੀ ਦੇਰ ਬੈਠਣਾ ਪਿਆ ਕਿਉਂਕਿ ਉੱਥੇ ਕਾਫੀ ਲੋਕ ਬੈਠੇ ਸਨ ਤੇ ਮੈਨੂੰ ਡਰ ਵੀ ਲੱਗ ਰਿਹਾ ਸੀ। ਮੈਂ ਇੰਸਪੈਕਟਰ ਨੂੰ ਸਾਰੀ ਗੱਲ ਦੱਸੀ ਤਾਂ ਇੰਸਪੈਕਟਰ ਨੇ ਕਿਹਾ ਕਿ ਤੇਰੇ ਕੋਲ ਇਸ ਗੱਲ ਦਾ ਕੋਈ ਸਬੂਤ ਹੈ? ਮੈਂ ਕਿਹਾ ਨਹੀਂ, ਮੇਰੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ। ਉਹਨਾਂ ਨੇ ਕਿਹਾ ਕਿ ਫਿਰ ਅਸੀਂ ਤੇਰੀ ਗੱਲ ਕਿਵੇਂ ਮੰਨ ਲਈਏ? ਕੀ ਪਤਾ ਤੂੰ ਝੂਠ ਬੋਲ ਰਹੀ ਹੋਵੇਂ ਤੇ ਤੂੰ ਉਹਨਾਂ ਲੋਕਾਂ ਨੂੰ ਫਸਾਉਣਾ ਚਾਹੁੰਦੀ ਹੋਵੇਂ। ਮੈਂ ਇੰਸਪੈਕਟਰ ਸਾਹਿਬ ਨੂੰ ਕਿਹਾ ਕਿ ਮੈਂ ਝੂਠ ਕਿਉਂ ਬੋਲਾਂਗੀ, ਇਸ ਵਿੱਚ ਮੇਰਾ ਕੀ ਫਾਇਦਾ ਹੋ ਸਕਦਾ ਹੈ? ਮੈਂ ਤਾਂ ਉਹਨਾਂ ਮਾਸੂਮ ਬੱਚਿਆਂ ਨੂੰ ਬਚਾਉਣਾ ਚਾਹੁੰਦੀ ਹਾਂ, ਉਹਨਾਂ 'ਤੇ ਬਹੁਤ ਜ਼ੁਲਮ ਹੋ ਰਿਹਾ ਹੈ। ਮੈਂ ਉਹਨਾਂ ਲੋਕਾਂ ਦੇ ਖਿਲਾਫ ਗਵਾਹੀ ਦੇਣ ਨੂੰ ਵੀ ਤਿਆਰ ਹਾਂ। ਇੰਸਪੈਕਟਰ ਨੇ ਕਿਹਾ ਕਿ ਬਿਨਾਂ ਸਬੂਤ ਤੋਂ ਅਸੀਂ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ, ਕਿਉਂਕਿ ਅਦਾਲਤ ਸਬੂਤ ਮੰਗਦੀ ਹੈ। ਇੰਸਪੈਕਟਰ ਨੇ ਮੇਰੀਆਂ ਗੱਲਾਂ ਸੁਣ ਕੇ ਕੁਝ ਸੋਚਿਆ ਤੇ ਫਿਰ ਮੇਰੀ ਰਿਪੋਰਟ ਦਰਜ ਕਰ ਲਈ। ਫਿਰ ਇੰਸਪੈਕਟਰ ਨੇ ਕਿਹਾ ਕਿ ਉਹ ਲੋਕ ਤੈਨੂੰ ਨੁਕਸਾਨ ਪਹੁੰਚਾ ਸਕਦੇ ਹਨ, ਤੂੰ ਆਪਣਾ ਖਿਆਲ ਰੱਖੀ। ਮੈਂ ਉੱਥੋਂ ਸਿੱਧਾ ਆਪਣੇ ਘਰ ਆ ਗਈ ਤੇ ਆਪਣਾ ਸਮਾਨ ਲਿਆ ਤੇ ਆਪਣੇ ਪਿਤਾ ਜੀ ਦਾ ਵੀ ਸਮਾਨ ਲਿਆ ਤੇ ਆਪਣੇ ਪਿਤਾ ਜੀ ਨਾਲ ਉੱਥੋਂ ਨਿਕਲ ਗਈ, ਕਿਉਂਕਿ ਹੋ ਸਕਦਾ ਸੀ ਕਿ ਉਹ ਲੋਕ ਮੇਰੇ ਘਰ ਪਹੁੰਚ ਜਾਂਦੇ। ਮੈਂ ਆਪਣੀ ਇੱਕ ਦੋਸਤ ਦੇ ਘਰ ਚਲੀ ਗਈ ਸੀ। ਮੇਰੇ ਪਿਤਾ ਜੀ ਨੇ ਪੁੱਛਿਆ ਕਿ ਕੀ ਹੋਇਆ ਬੇਟਾ, ਤੂੰ ਇਸ ਹਾਲਤ ਵਿੱਚ ਤੇ ਇੰਨੀ ਜਲਦੀ ਵਿੱਚ, ਤੇਰੇ ਨਾਲ ਕੀ ਹੋਇਆ ਹੈ? ਮੈਂ ਕਿਹਾ ਤੁਸੀਂ ਚੱਲੋ, ਮੈਂ ਰਸਤੇ ਵਿੱਚ ਤੁਹਾਨੂੰ ਪੂਰੀ ਗੱਲ ਦੱਸਦੀ ਹਾਂ। ਫਿਰ ਮੈਂ ਰਸਤੇ ਵਿੱਚ ਉਹਨਾਂ ਨੂੰ ਸਾਰੀ ਗੱਲ ਦੱਸੀ। ਉਹਨਾਂ ਨੇ ਮੈਨੂੰ ਸ਼ਾਬਾਸ਼ੀ ਦਿੱਤੀ ਕਿ ਤੂੰ ਜੋ ਕੀਤਾ ਹੈ ਉਹ ਸਹੀ ਕੀਤਾ ਹੈ, ਜ਼ਾਲਮਾਂ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ। ਕੁਝ ਦਿਨਾਂ ਬਾਅਦ ਪੁਲਿਸ ਉੱਥੇ ਭੇਸ ਬਦਲ ਕੇ ਗਈ। ਉਹਨਾਂ ਨੇ ਮੈਡਮ ਨਾਲ ਗੱਲ ਕੀਤੀ ਕਿ ਉਹਨਾਂ ਨੂੰ ਇੱਕ ਬੱਚੀ ਚਾਹੀਦੀ ਹੈ ਤੇ ਉਹ ਉਸ ਬੱਚੀ ਨੂੰ ਵਿਦੇਸ਼ ਵਿੱਚ ਲਿਜਾ ਕੇ ਵੇਚ ਦੇਣਗੇ, ਜਿਸ ਲਈ ਉਹ ਮੂੰਹ ਮੰਗੀ ਰਕਮ ਦੇਣ ਨੂੰ ਤਿਆਰ ਹਨ। ਮੈਡਮ ਨੇ ਬੱਚੀ ਦੇਣ ਦੀ ਹਾਮੀ ਭਰ ਦਿੱਤੀ ਤੇ ਗੱਲ ਕਰਦੇ ਕਰਦੇ ਮੈਡਮ ਨੇ ਇਹ ਵੀ ਕਹਿ ਦਿੱਤਾ ਕਿ ਜੇ ਤੁਹਾਨੂੰ ਹੋਰ ਬੱਚੀਆਂ ਚਾਹੀਦੀਆਂ ਹਨ ਉਹ ਵੀ ਮਿਲ ਜਾਣਗੀਆਂ। ਪੁਲਿਸ ਵਾਲਿਆਂ ਨੇ ਸਭ ਕੁਝ ਰਿਕਾਰਡ ਕਰ ਲਿਆ ਤੇ ਉੱਥੋਂ ਆ ਗਏ। ਅਗਲੇ ਦਿਨ ਉਹਨਾਂ ਨੇ ਉੱਥੇ ਛਾਪਾ ਮਾਰ ਦਿੱਤਾ। ਮੈਡਮ, ਵਾਚਮੈਨ ਤੇ ਉਹਨਾਂ ਦੋ ਆਦਮੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ। ਉੱਥੇ ਦੋ ਕੁੜੀਆਂ ਜਿਹੜੀਆਂ ਕੰਮ ਕਰਦੀਆਂ ਸੀ, ਉਹਨਾਂ ਨੂੰ ਵੀ ਇਸ ਕੰਮ ਬਾਰੇ ਕੁਝ ਨਹੀਂ ਪਤਾ ਸੀ। ਮੈਡਮ ਦੇ ਕਮਰੇ ਦੀ ਤਲਾਸ਼ੀ ਲਈ ਗਈ ਤਾਂ ਉੱਥੇ ਉਹਨਾਂ ਨੂੰ ਸਾਰੇ ਸਬੂਤ ਮਿਲ ਗਏ। ਮੈਡਮ ਨੂੰ ਜਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਜਿਹੜੇ ਲੋਕ ਅਨਾਥ ਆਸ਼ਰਮ ਵਿੱਚੋਂ ਬੱਚਿਆਂ ਨੂੰ ਅਡਾਪਟ ਕਰਨ ਆਉਂਦੇ ਸੀ, ਉਹ ਬੱਚਿਆਂ ਨੂੰ ਅਡਾਪਟ ਨਹੀਂ ਕਰਦੇ ਸੀ, ਸਗੋਂ ਉਹਨਾਂ ਨੂੰ ਵੇਚਣ ਲਈ ਲੈ ਕੇ ਜਾਂਦੇ ਸਨ। ਤੇ ਜਿਨ੍ਹਾਂ ਆਦਮੀਆਂ ਨੇ ਮੈਨੂੰ ਉੱਥੇ ਬੰਦ ਕੀਤਾ ਸੀ, ਉਹੀ ਆਦਮੀ ਚੰਗੇ ਤੇ ਖੂਬਸੂਰਤ ਬੱਚਿਆਂ ਨੂੰ ਉੱਥੇ ਲੈ ਕੇ ਆਉਂਦੇ ਸੀ। ਉਹ ਇਸ ਗੱਲ ਦਾ ਧਿਆਨ ਰੱਖਦੇ ਸੀ ਕਿ ਬੱਚੇ ਅਨਾਥ ਹੋਣ ਤੇ ਉਹਨਾਂ ਨੂੰ ਪੁੱਛਣ ਵਾਲਾ ਅੱਗੇ ਪਿੱਛੇ ਕੋਈ ਨਾ ਹੋਵੇ, ਤਾਂ ਕਿ ਉਹ ਜਿਹੋ ਜਿਹਾ ਚਾਹਣ ਉਸੇ ਤਰ੍ਹਾਂ ਕਰ ਸਕਣ। ਮੈਂ ਉਹਨਾਂ ਖਿਲਾਫ ਗਵਾਹੀ ਦਿੱਤੀ ਤੇ ਉਹਨਾਂ ਨੂੰ ਸਭ ਨੂੰ ਸਜ਼ਾ ਹੋ ਗਈ ਤੇ ਹੁਣ ਉਸ ਅਨਾਥ ਆਸ਼ਰਮ ਦੀ ਜ਼ਿੰਮੇਵਾਰੀ ਅਦਾਲਤ ਨੇ ਮੈਨੂੰ ਦੇ ਦਿੱਤੀ ਸੀ। ਮੈਂ ਉੱਥੇ ਬੱਚਿਆਂ ਨੂੰ ਬੜੀ ਚੰਗੀ ਤਰੀਕੇ ਨਾਲ ਰੱਖਦੀ ਸੀ ਤੇ ਉਹਨਾਂ ਦਾ ਬਹੁਤ ਖਿਆਲ ਰੱਖਦੀ ਸੀ। ਹੁਣ ਜੇ ਕੋਈ ਬੱਚੇ ਨੂੰ ਅਡਾਪਟ ਕਰਨ ਆਉਂਦਾ ਤਾਂ ਮੈਂ ਪਹਿਲਾਂ ਉਹਨਾਂ ਦੀ ਸਾਰੀ ਜਾਣਕਾਰੀ ਲੈਂਦੀ, ਬਾਅਦ ਵਿੱਚ ਹੀ ਕਿਸੇ ਬੱਚੇ ਨੂੰ ਦਿੰਦੀ ਸੀ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਕੋਈ ਵੀ ਕਿਸੇ ਬੱਚੇ ਦੇ ਨਾਲ ਗਲਤ ਕਰੇ। ਮੈਨੂੰ ਨਿਸ਼ਾ ਦੀ ਯਾਦ ਆਉਂਦੀ। ਮੈਂ ਸੋਚਦੀ ਕਿ ਕਾਸ਼ ਮੈਂ ਉਸ ਦੀਆਂ ਗੱਲਾਂ 'ਤੇ ਵਿਸ਼ਵਾਸ ਕਰ ਲੈਂਦੀ ਤਾਂ ਮੈਂ ਉਸੇ ਸਮੇਂ ਜ਼ਾਲਮਾਂ ਨੂੰ ਫੜਾ ਦਿੰਦੀ ਤੇ ਅੱਜ ਨਿਸ਼ਾ ਵੀ ਸਾਡੇ ਨਾਲ ਹੁੰਦੀ। ਹੁਣ ਪਤਾ ਨਹੀਂ ਉਹ ਕਿੱਥੇ ਹੋਵੇਗੀ ਤੇ ਕਿਸ ਹਾਲ ਵਿੱਚ ਹੋਵੇਗੀ। ਮੈਂ ਭਗਵਾਨ ਦੇ ਅੱਗੇ ਪ੍ਰਾਰਥਨਾ ਹੀ ਕਰ ਸਕਦੀ ਹਾਂ ਕਿ ਉਹ ਜਿੱਥੇ ਵੀ ਹੋਵੇ ਠੀਕ ਹੋਵੇ।